ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੈ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੈ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ, ਜਗਤ ਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੀ, ਸਤਿਗੁਰਾਂ ਦੇ ਦਰਸ਼ਨ ਪਰਸ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਸਦਕਾ, ਦਇਆ ਸਦਕਾ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਰੱਬੀ ਬਾਣੀ, ਧੁਰ ਕੀ ਬਾਣੀ, ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੁੰਦਿਆਂ ਜਗਤ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ। ਚੌਥੇ ਪਾਤਸ਼ਾਹ ਜਗਤ ਗੁਰੂ ਸੋਢੀ ਕੁਲ ਸਿਰਮੌਰ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਹੁਕਮਨਾਮੇ ਦੀ ਦਾਤ, ਮੁਖਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੋੜ ਕੇ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ।
ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਿੱਥੇ ਤਨ ਕਰਕੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ, ਆਓ ਆਪਣੇ ਮਨਾਂ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ 'ਚ ਲਵਾਉਂਦਿਆਂ ਸੁਰਤੀ ਦੀ ਇਕਾਗਰਤਾ ਵਾਸਤੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਰਾਗ ਬੈਰਾੜੀ ਹੈ ਔਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਬਚਨ ਮਹਾਵਾਕ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਹਨ। ਹਰੀ ਦੇ ਜਨ ਜੋ ਹਰੀ ਦਾ ਰੂਪ ਹੋ ਗਏ ਹਨ, ਉਹ ਰਾਮ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਰਾਮ ਦੇ ਔਰ ਰਾਮ ਦੇ ਨਾਮ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਸ ਤੋਂ ਵੱਖਰਾ ਨਹੀਂ ਹੈ। ਨਾਮ ਤੇ ਨਾਮੀ ਦੋਵੇਂ ਇੱਕ ਰੂਪ ਹੀ ਹਨ। ਤੋ ਹਰੀ ਦੇ ਜਨਾਂ ਦੀ ਇਹ ਬਿਰਤੀ ਹੈ, ਇਹ ਸੁਭਾਅ ਹੈ ਕਿ ਉਹ ਅੱਠੇ ਪੈਰ ਨਿਰੰਤਰ ਰਾਮ ਨਾਮ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਹਾਂਜੀ, ਜੇ ਹਰ ਜਨ ਰਾਮ ਨਾਮ ਗੁਣ ਗਾਵੈ। ਹਰੀ ਦੇ ਜਨ ਰਾਮ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਇਹੋ ਜਿਹੇ ਜਿਹੜੇ ਹਰੀ ਦੇ ਜਨ ਹਨ, ਜੇ ਕੋਈ ਉਹਨਾਂ ਦੀ ਨਿੰਦਾ ਕਰਦਾ ਹੈ, ਨਿੰਦਕ ਦਾ ਸੁਭਾਅ ਹੈ, ਉਹਨੇ ਨਿੰਦਾ ਕਰਨ ਤੋਂ ਬਾਅਦ ਨਹੀਂ ਆਉਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਐ ਵਿਹੋ ਮੁੱਖੋਂ ਸੁੱਟੈ, ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਇਹ ਉਦਾਹਰਨਾਂ ਦੇ ਕੇ ਉਹ ਕਹਿੰਦੇ, ਤਿਉ ਨਿੰਦਕ ਪਰ ਨਿੰਦਹੂ ਹੱਠ ਮੂਲ ਨਾ ਘਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਕੁੱਤੇ ਨੂੰ ਰਾਜ ਤਖਤ ਤੇ ਵੀ ਬਿਠਾ ਦਿੱਤਾ ਜਾਵੇ, ਉਹਨੇ ਚੱਕੀ ਦਾ ਚੀਥੜਾ ਚੱਟਣ ਤੋਂ ਬਾਅਦ ਨਹੀਂ ਆਉਣਾ। ਪੱਥਰ ਨੂੰ ਜਿੰਨਾ ਚਿਰ ਮਰਜ਼ੀ ਪਾਣੀ 'ਚ ਰੱਖ ਦਿਓ, ਉਹ ਨਰਮ ਨਹੀਂ ਹੁੰਦਾ। ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਲ ਦਿਓ, ਉਹ ਕਦੇ ਵੀ ਆਪਣੇ ਮੂੰਹ ਤੋਂ ਜ਼ਹਿਰ ਕੱਢਣਾ ਬੰਦ ਨਹੀਂ ਕਰਦਾ। ਤੈਸੇ ਨਿੰਦਕ ਨੂੰ ਜਿੰਨਾ ਮਰਜ਼ੀ ਕਹੋ ਕਿ ਭਾਈ ਨਿੰਦਾ ਨਹੀਂ ਕਰਨੀ, ਉਹਦਾ ਇਹ ਸੁਭਾਅ ਬਣਿਆ ਹੁੰਦਾ, ਉਹਨੇ ਨਿੰਦਾ ਕਰਨੀ। ਨਿੰਦਾ ਕੀ ਹੈ? ਨਿੰਦਾ ਉਹ ਹੈ ਜਿਹੜੀ ਕਿਸੇ ਦੀ ਪਿੱਠ ਪਿੱਛੇ ਕੀਤੀ ਜਾਵੇ। ਆਮ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਜੀ ਅਸੀਂ ਤਾਂ ਸੱਚੀ ਗੱਲ ਕਹਿ ਰਹੇ ਹਾਂ, ਫਲਾਣੇ ਬੰਦੇ ਨੇ ਸੱਚਮੁੱਚ ਇਹ ਔਗਣ ਕੀਤਾ ਹੈ। ਜਦੋਂ ਉਹਦੀ ਪਿੱਠ ਪਿੱਛੇ ਕਰ ਰਹੇ ਹਾਂ ਤੇ ਫਿਰ ਉਹ ਨਿੰਦਾ ਹੀ ਹੈ। ਜੇ ਕਿਸੇ ਦੀ ਖਾਮੀ ਹੈ, ਤੁਸੀਂ ਉਹਦੇ ਨਾਲ ਸੁਹਿਰਦ ਭਾਵ ਰੱਖਦੇ ਹੋ, ਤਾਂ ਬੜੇ ਸਨਿਮਰ ਭਾਵ ਦੇ ਨਾਲ ਉਹਨੂੰ ਸਨਮੁਖ ਜਾ ਕੇ ਕਹਿ ਸਕਦੇ ਹਾਂ, ਭਾਈ ਤੇਰੀ ਇਹ ਖਾਮੀ ਹੈ, ਤੇਰੀ ਇਹ ਕਮੀ ਹੈ, ਇਹਨੂੰ ਦੂਰ ਕਰ। ਪਰ ਜੇ ਉਹਦੀ ਪਿੱਠ ਪਿੱਛੇ ਜਾ ਕੇ ਕਿਸੇ ਦੂਸਰੇ ਨੂੰ ਉਹਦੀ ਖਾਮੀ ਦੱਸਦੇ ਹਾਂ, ਕਮੀ ਦੱਸਦੇ ਹਾਂ, ਔਗਣ ਦੱਸਦੇ ਹਾਂ, ਤਾਂ ਉਹਨੂੰ ਨਿੰਦਾ ਹੀ ਗਿਣਿਆ ਜਾਏਗਾ। ਤੋ ਨਿੰਦਾ ਤਾਂ ਮੇਰੇ ਪਾਤਸ਼ਾਹ ਕਹਿੰਦੇ ਕਿਸੇ ਦੀ ਵੀ ਭਲੀ ਨਹੀਂ ਹੈ। ਪਰ ਜੇ ਕੋਈ ਰੱਬ ਦੇ ਪਿਆਰਿਆਂ ਦੀ ਨਿੰਦਾ ਕਰੇ, ਉਹਦਾ ਤਾਂ ਬੜਾ ਵੱਡਾ ਬੱਜਰ ਪਾਪ ਹੈ। ਬੱਜਰ ਪਾਪ। ਹਰੀ ਦੇ ਜਨਾਂ ਦੀ ਕੋਈ ਨਿੰਦਾ ਕਰੇ, ਉਹ ਬੜਾ ਵੱਡਾ ਬੱਜਰ ਪਾਪ ਹੈ। ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ 'ਚ ਗੁਰਦੇਵ ਨੇ ਸਤਿਪੁਰਸ਼ਾਂ ਦੀ ਨਿੰਦਾ ਕਰਨ ਵਾਲਿਆਂ ਦੀ ਕੀ ਦਸ਼ਾ ਹੁੰਦੀ ਹੈ, ਉਹ ਬਚਨ ਦੱਸੇ ਨੇ ਸੁਖਮਣੀ ਸਾਹਿਬ ਦੀ 13ਵੀਂ ਅਸ਼ਟਪਦੀ ਵਿੱਚ। ਤੋ ਹਰੀ ਦੇ ਜਨਾਂ ਦੀ ਜੇ ਕੋਈ ਨਿੰਦਾ ਕਰਦਾ ਹੈ, ਤਾਂ ਮਹਾਰਾਜ ਜੀ ਕਹਿੰਦੇ, ਭਾਈ ਅੱਗੋਂ ਜਿਹੜੇ ਹਰੀ ਦੇ ਜਨ ਹਨ, ਉਹ ਆਪਣੀ ਨਿੰਦਾ ਕਰਨ ਵਾਲਿਆਂ ਦੇ ਉੱਤੇ ਵੀ ਪਰਉਪਕਾਰ ਕਰਨ ਵਾਲਾ ਜਿਹੜਾ ਗੁਣ ਹੈ, ਉਹ ਨਹੀਂ ਗਵਾਉਂਦੇ। ਉਹਨਾਂ ਦੀ ਕੋਈ ਨਿੰਦਾ ਕਰੇ ਤਾਂ ਉਹ ਸੁਣ ਕੇ ਮਨ ਵਿੱਚ ਦੁਖੀ ਨਹੀਂ ਹੁੰਦੇ ਕਿ ਸਾਡੀ ਫਲਾਣਾ ਬੰਦਾ ਨਿੰਦਾ ਕਰ ਰਿਹਾ।
ਸਗੋਂ ਉਹਦੇ ਤੇ ਵੀ ਭਲਾ ਕਰਨ ਦੀ ਬਿਰਤੀ, ਪਰਉਪਕਾਰ ਕਰਨ ਦੀ ਬਿਰਤੀ ਰੱਖਦੇ ਨੇ, ਕਿਉਂਕਿ ਰੱਬ ਦੇ ਪਿਆਰਿਆਂ ਦਾ ਇਹ ਗੁਣ ਹੈ ਕਿ ਉਹ ਆਪਣੀ ਨਿੰਦਾ ਕਰਨ ਵਾਲਿਆਂ ਤੇ ਵੀ ਪਰਉਪਕਾਰ ਕਰਦੇ ਨੇ ਔਰ ਉਹ ਆਪਣਾ ਗੁਣ ਨਹੀਂ ਗਵਾਉਂਦੇ। ਚੰਦਨ ਦੇ ਦਰਖਤ ਨੂੰ ਕੁਹਾੜੇ ਨਾਲ ਕੱਟਿਆ ਜਾਵੇ ਤਾਂ ਵੀ ਚੰਦਨ ਦਾ ਦਰਖਤ ਕੱਟਣ ਵਾਲੇ ਕੁਹਾੜੇ ਦੇ ਮੂੰਹ ਨੂੰ ਉਹ ਆਪਣੀ ਸੁਗੰਧੀ ਨਾਲ ਸੁਗੰਧਿਤ ਕਰਦਾ ਹੈ, ਕਿਉਂਕਿ ਚੰਦਨ ਦਾ ਸੁਭਾਅ ਹੈ ਕਿ ਉਹਨੂੰ ਕੱਟਣ ਵਾਲੇ ਨੂੰ ਵੀ ਉਹ ਸੁਗੰਧਿਤ ਕਰ ਰਿਹਾ ਹੈ, ਤੇ ਕੁਹਾੜੇ ਦਾ ਸੁਭਾਅ ਹੈ ਕੱਟਣਾ। ਤੈਸੇ ਨਿੰਦਾ ਕਰਨ ਵਾਲੇ ਨਿੰਦਕ ਲੋਕ ਹਰੀ ਦੇ ਜਨਾਂ ਦੀ ਜਦੋਂ ਨਿੰਦਾ ਕਰਦੇ ਨੇ ਤੇ ਰੱਬ ਦੇ ਪਿਆਰੇ ਪਲਟਵਾਂ ਬਦਲਵਾਂ ਜਵਾਬ ਉਹਨਾਂ ਦੀ ਨਿੰਦਾ ਕਰਕੇ ਨਹੀਂ ਦਿੰਦੇ, ਸਗੋਂ ਆਪਣੀ ਨਿੰਦਾ ਕਰਨ ਵਾਲਿਆਂ ਤੇ ਵੀ ਭਲਾ ਕਰਦੇ ਨੇ, ਉਹਨਾਂ ਤੇ ਵੀ ਪਰਉਪਕਾਰ ਕਰਦੇ ਨੇ। ਉਹ ਆਪਣਾ ਪਰਉਪਕਾਰ ਕਰਨ ਵਾਲਾ ਜਿਹੜਾ ਗੁਣ ਹੈ ਜਾਂ ਖਿਮਾ ਕਰ ਦੇਣ ਵਾਲਾ ਗੁਣ ਹੈ, ਮੁਆਫ ਕਰ ਦੇਣ ਵਾਲਾ ਜਿਹੜਾ ਗੁਣ ਹੈ ਹਰੀ ਦੇ ਜਨਾਂ ਵਿੱਚ, ਉਹ ਆਪਣੇ ਇਸ ਗੁਣ ਨੂੰ ਨਹੀਂ ਗਵਾਉਂਦੇ। ਕਿਉਂ ਨਹੀਂ ਗਵਾਉਂਦੇ? ਕਿਉਂਕਿ ਉਹਨਾਂ ਅੰਦਰ ਇਹੋ ਜਿਹਾ ਸੁਭਾਅ ਹੈ ਜੋ ਅਗਲੀਆਂ ਪੰਕਤੀਆਂ 'ਚ ਦੱਸਦੇ ਹਨ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੈ। ਰੱਬ ਦੇ ਪਿਆਰਿਆਂ ਦੀ ਅੰਦਰ ਦੀ ਇਹ ਅਵਸਥਾ ਹੁੰਦੀ ਹੈ, ਇਸ ਕਰਕੇ ਉਹ ਆਪਣਾ ਗੁਣ ਨਹੀਂ ਗਵਾਉਂਦੇ। ਉਹ ਕਹਿੰਦੇ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਕੁਝ ਕਰ ਰਿਹਾ ਆਪ ਹੀ ਕਰ ਰਿਹਾ। ਇਸ ਨਿੰਦਕ ਦੇ ਵੱਸ ਕੀ ਹੈ? ਇਸ ਨਿੰਦਕ ਦੇ ਵੱਸ ਕੀ ਹੈ? ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਸਭ ਕੁਝ ਕਰ ਰਹੇ ਨੇ ਔਰ ਉਹ ਆਪ ਹੀ ਸਾਰੀਆਂ ਕਾਰਾਂ ਕਮਾ ਰਹੇ ਨੇ। ਜਿਤਨੇ ਵੀ ਕਾਰ ਹੋ ਰਹੇ ਨੇ ਸੰਸਾਰ ਵਿੱਚ, ਜਿਤਨੇ ਵੀ ਕਾਰਿਆ ਹੋ ਰਹੇ ਨੇ, ਇਹਨਾਂ ਸਾਰੇ ਕਾਰਜਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਤੇ ਅਸੀਂ ਕਿਸੇ ਦੇ ਨਾਲ ਬੁਰੀ ਬਿਰਤੀ ਰੱਖ ਕੇ ਕਿਵੇਂ ਕਿਸੇ ਨਾਲ ਬੁਰੇ ਭਾਵ ਨਾਲ ਵਰਤੀਏ? ਜੇ ਕੋਈ ਨਿੰਦਾ ਵੀ ਕਰ ਰਿਹਾ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਉਹਨੂੰ ਇਹੋ ਜਿਹੀ ਬੁੱਧੀ ਦਿੱਤੀ ਹੈ, ਇੱਥੇ ਲਾਇਆ ਤੇ ਉਹ ਲੱਗਾ ਹੋਇਆ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਕਰਨ ਵਾਲੇ ਨੇ ਤੇ ਆਪ ਹੀ ਕਰਾਉਣ ਵਾਲੇ ਹਨ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੈ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਹੀ ਸੰਸਾਰ ਦੇ ਸਮਸਤ ਜੀਵਾਂ ਨੂੰ ਮਤ ਦੇਣ ਵਾਲੇ ਹਨ। ਜੈਸੀ ਜੈਸੀ ਮਤ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਜੀਆਂ ਨੂੰ ਦਿੱਤੀ ਹੈ, ਤੈਸੀ ਤੈਸੀ ਮਤ ਦਾ ਪ੍ਰਕਾਸ਼ ਸੰਸਾਰ ਦੇ ਸਮਸਤ ਜੀਵਾਂ ਦੇ ਅੰਦਰ ਹੁੰਦਾ ਹੈ। ਔਰ ਹਰੀ ਆਪ ਹੀ ਜਿਹੋ ਜੇ ਬੋਲ ਕਿਸੇ ਕੋਲੋਂ ਬੁਲਾਉਂਦਾ ਉਹ ਉੱਦਾਂ ਦੇ ਬੋਲ ਬੋਲਦਾ ਹੈ। ਹਰੀ ਵਾਹਿਗੁਰੂ ਜੀ ਜਿਹੋ ਜੇ ਬੋਲ ਕਿਸੇ ਜੀਵਾਂ ਦੇ, ਕਿਉਂਕਿ ਚੇਤਨਾ ਤਾਂ ਸਾਰਿਆਂ ਵਿੱਚ ਹੀ ਹੈ ਨਾ, ਪਾਰ ਬ੍ਰਹਮ ਪਰਮੇਸ਼ਰ ਦੀ ਨਿਰੰਕਾਰ ਦੀ ਚੇਤਨਾ ਹੈ। ਕਦੇ ਮੁਰਦੇ ਵੀ ਬੋਲਦੇ ਸੁਣੇ ਹਨ ਜਿਨ੍ਹਾਂ ਚੋਂ ਚੇਤਨਾ ਨਿਕਲ ਜਾਂਦੀ ਹੈ। ਜਿਨ੍ਹਾਂ ਵਿੱਚ ਚੇਤਨਾ ਹੈ ਉਹੀ ਬੋਲਦੇ ਨੇ ਨਾ, ਯਾਨੀ ਕਿ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਹੀ ਜੀਵ ਬੋਲਦਾ ਹੈ। ਤੇ ਫਿਰ ਇਹੀ ਕਹਿਣਾ ਪਵੇਗਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਹੋ ਜੀ ਮਤ ਕਿਸੇ ਸੰਸਾਰ ਦੇ ਜੀਵ ਨੂੰ ਦਿੱਤੀ ਹੈ, ਜਿਹੋ ਜੇ ਬੋਲ ਬੁਲਾਉਂਦੇ ਹਨ ਉੱਦਾਂ ਦੇ ਬੋਲ ਸੰਸਾਰ ਦੇ ਜੀਵ ਬੋਲਦੇ ਹਨ। ਉੱਦਾਂ ਦੀ ਉਹ ਉਹਨਾਂ ਦੀ ਬੋਲ ਬਾਣੀ ਬਣ ਜਾਂਦੀ ਹੈ, ਉੱਦਾਂ ਦੇ ਹੀ ਉਹ ਬੋਲ ਬੋਲਦੇ ਹਨ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਪੰਜ ਤੱਤਾਂ ਦਾ ਵਿਸਥਾਰ ਹਰੀ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਕੀਤਾ। ਇਹ ਸਾਰੀ ਰਚਨਾ ਪੰਜਾਂ ਤੱਤਾਂ ਦੀ ਹੈ। ਪੰਜ ਤੱਤ ਮਹਾਂਪੁਰਸ਼ ਦੱਸਦੇ, ਵਿਦਵਾਨ ਦੱਸਦੇ ਕਿ ਇਹਨਾਂ ਪੰਜਾਂ ਦਾ ਪੰਚੀਕ੍ਰਿਤ ਹੋਇਆ। ਪੰਜਾਂ ਦਾ ਪੰਚੀਕ੍ਰਿਤ ਹੋਣ ਤੋਂ ਬਾਅਦ ਇਹ ਪੰਜਾਂ ਤੱਤਾਂ ਦਾ ਸਰੀਰ, ਸਾਡੀ ਇਹ ਸਾਰੀ ਰਚਨਾ ਜਿਹੜੀ ਹੈ ਪੰਜਾਂ ਤੱਤਾਂ ਤੋਂ ਹੋਈ ਹੈ। ਪੰਚੀਕ੍ਰਿਤ ਦਾ ਮਤਲਬ ਹੁੰਦਾ ਕਿ ਧਰਤੀ ਤੇ ਆਕਾਸ਼ ਦੋਵੇਂ ਉੱਦਾਂ ਨਹੀਂ ਮਿਲ ਸਕਦੇ, ਕਿਉਂਕਿ ਤੱਤਾਂ ਵਿੱਚੋਂ ਇੱਕ ਤੱਤ ਆਕਾਸ਼ ਵੀ ਹੈ, ਧਰਤੀ ਵੀ ਹੈ। ਧਰਤੀ ਆਕਾਸ਼ ਦੋਵੇਂ ਨਹੀਂ ਮਿਲ ਸਕਦੇ।
ਪੰਜਾਂ ਤੱਤਾਂ ਦੇ ਵਿੱਚ ਜਲ ਵੀ ਹੈ, ਅਗਨੀ ਵੀ ਹੈ, ਔਰ ਪਾਣੀ ਤੇ ਅੱਗ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ। ਆਕਾਸ਼ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਨਹੀਂ ਰੱਖਿਆ ਜਾ ਸਕਦਾ। ਤਾਂ ਵਾਹਿਗੁਰੂ ਨੇ ਇਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਕੀਤਾ। ਇੱਕ ਇੱਕ ਤੱਤ ਦਾ ਅੱਧਾ ਅੱਧਾ ਭਾਗ ਉਸ ਨੇ ਚਾਰਾਂ ਦੇ ਵਿੱਚ ਵੰਡਿਆ। ਇੱਕ ਇੱਕ ਤੱਤਵ ਨੇ ਆਪਣਾ ਅੱਧਾ ਅੱਧਾ ਹਿੱਸਾ ਬਾਕੀ ਦੇ ਚਾਰਾਂ ਤੱਤਾਂ ਵਿੱਚ ਵੰਡਿਆ। ਉਹਦੇ ਤੋਂ ਪੰਚੀਕ੍ਰਿਤ ਹੁੰਦਾ। ਉਦਾਹਰਣ ਦਿੰਦੇ ਨੇ, ਜੈਸੇ 5 ਵਿਅਕਤੀਆਂ ਕੋਲ 5 ਖਰਬੂਜੇ ਸਨ। ਇੱਕ ਨੇ ਆਪਣਾ ਖਰਬੂਜਾ ਚੀਰਿਆ, ਅੱਧਾ ਖਰਬੂਜਾ ਆਪਣੇ ਕੋਲ ਰੱਖ ਲਿਆ ਤੇ ਅੱਧਾ ਬਾਕੀ ਦੇ ਚਾਰਾਂ 'ਚ ਵੰਡ ਦਿੱਤਾ। ਦੂਜੇ ਨੇ ਵੀ ਐਸਾ ਕੀਤਾ, ਉਹਦੇ ਕੋਲ ਵੀ ਇੱਕ ਖਰਬੂਜਾ, ਉਹਨੇ ਵੀ ਖਰਬੂਜਾ ਚੀਰਿਆ, ਅੱਧਾ ਆਪਣੇ ਕੋਲ ਰੱਖ ਲਿਆ, ਬਾਕੀ ਦਾ ਅੱਧਾ ਬਾਕੀ ਚਾਰਾਂ ਦੇ ਵਿੱਚ ਵੰਡ ਦਿੱਤਾ। ਇੱਦਾਂ ਪੰਜਾਂ ਨੇ ਪ੍ਰਕਿਰਿਆ ਕੀਤੀ। ਆਪਣਾ ਆਪਣਾ ਹਿੱਸਾ ਚਾਰਾਂ ਦੇ ਵਿੱਚ ਵੰਡ ਕੇ ਉਹਨਾਂ ਚਾਰਾਂ ਦਾ ਇੱਕ ਇੱਕ ਹਿੱਸਾ ਆਪ ਲੈ ਲਿਆ। ਇਸੇ ਤਰ੍ਹਾਂ ਜਿਹੜੇ 5 ਤੱਤ ਨੇ, ਚਾਹੇ ਉਹ ਆਕਾਸ਼ ਹੈ, ਜਲ ਹੈ, ਵਾਯੂ ਹੈ, ਧਰਤੀ ਹੈ, ਆਕਾਸ਼ ਹੈ, ਜਲ ਤੇ ਅਗਨੀ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ। ਪਰ ਜਦੋਂ ਅੱਧਾ ਅੱਧਾ ਹਿੱਸਾ ਦੇ ਕੇ ਉਹਦਾ ਇੱਕ ਇੱਕ ਹਿੱਸਾ ਆਪਣਾ ਲੈ ਕੇ ਇੱਕ ਹਿੱਸਾ ਉਹਨੂੰ ਦੇ ਕੇ ਆਪਸ ਵਿੱਚ ਮਿਲੇ, ਪੰਚੀਕ੍ਰਿਤ ਹੋਇਆ, ਤਾਂ ਉਸ ਪੰਚੀਕ੍ਰਿਤ ਤੋਂ ਪੰਜਾਂ ਤੱਤਾਂ ਦੀ ਰਚਨਾ ਹੋਈ। ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ, ਸਾਡੇ ਸਰੀਰਾਂ ਦੀ ਰਚਨਾ ਹੋਈ। ਪੰਜਾਂ ਤੱਤਾਂ ਦਾ ਇਹ ਵਿਸਥਾਰ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ। ਔਰ ਪੰਜਾਂ ਤੱਤਾਂ ਦੇ ਇਸ ਵਿਸਥਾਰ ਵਿੱਚ ਆ ਜਿਹੜੇ ਸਾਡੇ ਸਰੀਰ ਰਚੇ ਨੇ, ਇਹਨਾਂ ਵਿੱਚ ਵਾਹਿਗੁਰੂ ਨੇ 5 ਧਾਤੂ ਵੀ ਪਾਏ ਹੋਏ ਨੇ। 5 ਧਾਤੂ ਦਾ ਮਤਲਬ ਉਹ 5 ਵਿਸ਼ੇ ਜੋ ਇਹਨਾਂ ਪੰਜਾਂ ਤੱਤਾਂ ਦੇ ਨਾਲ ਮਿਲੇ ਨੇ। ਆਕਾਸ਼ ਦਾ ਵਿਸ਼ੇ, ਵਾਯੂ ਦਾ ਜੋ ਵਿਸ਼ਾ ਹੈ, ਇਸੇ ਤਰ੍ਹਾਂ ਜਲ ਦਾ ਜੋ ਵਿਸ਼ਾ ਹੈ, ਉਹ 5 ਹੀ ਉਹਨਾਂ ਦੇ ਅੱਗੇ ਵਿਸ਼ੇ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਆਕਾਸ਼ ਦਾ ਵਿਸ਼ਾ ਹੈ, ਅਗਨੀ ਦਾ ਵਿਸ਼ਾ ਰੂਪ ਹੈ, ਧਰਤੀ ਦਾ ਵਿਸ਼ਾ ਗੰਧ ਹੈ, ਜਲ ਦਾ ਪਾਣੀ ਦਾ ਵਿਸ਼ਾ ਜਿਹੜਾ ਉਹ ਰਸ ਹੈ, ਔਰ ਵਾਯੂ ਦਾ ਵਿਸ਼ਾ ਹੈ ਸਪਰਸ਼। ਇੱਦਾਂ ਇਹਨਾਂ ਪੰਜਾਂ ਤੱਤਾਂ ਦੇ ਅੱਗੇ 5 ਧਾਤੂ ਨੇ, 5 ਵਿਸ਼ੇ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਗਿਆਨ ਇੰਦਰੀਆਂ। ਇਹ ਪੰਜੇ ਗਿਆਨ ਇੰਦਰੀਆਂ ਨੇ। ਇਹ 5 ਧਾਤੂ ਵੀ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਕਰਕੇ ਇਹਦੇ ਵਿੱਚ ਪਾ ਦਿੱਤੇ ਨੇ। ਔਰ 5 ਧਾਤੂ ਦਾ ਅਰਥ ਮਹਾਂਪੁਰਸ਼ਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਕੀਤਾ ਕਿ ਇਹ ਜਿਹੜੇ 5 ਧਾਤੂ ਨੇ ਜੋ ਜੀਵ ਦੇ ਮਨ ਨੂੰ ਦ੍ਰਿੜਾਈ ਰੱਖਦੇ ਨੇ। 2 ਰਾਹ ਨੇ ਨਾ, ਇੱਕ ਲਿਵ ਦਾ, ਦੂਜਾ ਧਾਤ ਦਾ ਹੈ। ਜਿਹੜੇ ਭਜਾਈ ਫਿਰਦੇ ਨੇ ਜੀਵ ਦੇ ਮਨ ਨੂੰ ਇੱਕ ਜਗ੍ਹਾ ਤੇ ਕੇਂਦਰਿਤ ਨਹੀਂ ਹੋਣ ਦਿੰਦੇ, ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ ਆ ਕੇ ਜੀਵ ਦੇ ਮਨ ਤੇ ਆਪਣਾ ਅਸਰ ਪਾਉਂਦਾ ਹੈ। ਇਹ 5 ਧਾਤੂ ਵੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਨਾਲ ਰਚੇ ਹੋਏ ਇਸ ਸਰੀਰ ਦੇ ਵਿੱਚ ਪਾਏ ਹੋਏ ਹਨ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਆਪ ਤਰਸ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਨਾਲ ਮੇਲ ਲੈਂਦੇ ਹਨ, ਆਪਣੇ ਨਾਲ ਅਭੇਦ ਕਰ ਲੈਂਦੇ ਹਨ, ਉਹਨਾਂ ਦੇ ਜਨਮ ਤੇ ਮਰਨ ਦੇ ਸਾਰੇ ਝਗੜਿਆਂ ਨੂੰ ਮੁਕਾ ਦਿੰਦੇ ਹਨ। ਜਾਂ ਜਿਹੜੇ ਉੱਪਰ ਦੱਸੇ ਨੇ 5 ਵਿਕਾਰਾਂ ਦੇ ਝਗੜੇ, ਇਹਨਾਂ ਝਗੜਿਆਂ ਨੂੰ ਸਤਿਗੁਰੂ ਜੀ ਆਪਣੇ ਨਾਲ ਮਿਲਾ ਕੇ ਸਾਰੇ ਝਗੜੇ ਨਿਵਾਰ ਦਿੰਦੇ ਨੇ, ਦੂਰ ਕਰ ਦਿੰਦੇ ਹਨ। ਲੜੀਵਾਰ ਕਥਾ ਜੋ ਸਤਿਗੁਰਾਂ ਦੇ ਪਾਵਨ ਸਥਾਨ ਤੇ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਗੌਂਡ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਲੜੀਵਾਰ ਕਥਾ ਸਰਵਣ ਕਰਨ ਤੋਂ ਪਹਿਲਾਂ
ਚੌਥੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀ ਸੁਰਤੀ ਜੋੜੋ ਤੇ ਗੱਜ ਵੱਜ ਕੇ ਆਖੋ ਜੀ, ਸਤਨਾਮ ਸ਼੍ਰੀ। ਗੌਂਡ ਮਹੱਲਾ ਚੌਥਾ। ਹਰ ਅੰਤਰ ਜਾਮੀ ਸਭ ਤੈ ਵਰਤੈ, ਜਿਹਾ ਹਰ ਕਰਾਏ ਤਿਹਾ ਕੋ ਕਰਈਆ। ਰਾਗ ਗੌਂਡ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਔਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 861 ਅੰਗ ਤੇ ਸੁਭਾਏਮਾਨ ਹੈ। ਹਰ ਅੰਤਰਜਾਮੀ ਸਭ ਤੈ ਵਰਤੈ। ਹਰੀ ਅੰਤਰਜਾਮੀ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। ਕਿਸ ਦੇ ਘਟ ਵਿੱਚ, ਕਿਸ ਦੇ ਹਿਰਦੇ 'ਚ ਕੀ ਚੱਲ ਰਿਹਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਭ ਦੇ ਅੰਦਰ ਦੀ ਜਾਣਨ ਵਾਲੇ ਹਨ, ਅੰਤਰਜਾਮੀ ਹਨ। ਔਰ ਸਾਰਿਆਂ ਵਿੱਚ ਵਰਤ ਰਹੇ ਨੇ। ਸਭ ਥੈ ਵਰਤੈ, ਸਾਰਿਆਂ ਦੇ ਵਿੱਚ ਵਰਤ ਰਹੇ ਨੇ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਧੰਨ ਗੁਰੂ ਕਲਗੀਧਰ ਸੁਆਮੀ ਦੇ ਬਚਨ ਨੇ। ਸਾਰਿਆਂ ਦੇ ਵਿੱਚ ਜੋ ਵਰਤ ਰਿਹਾ ਹੈ, ਜੋ ਸਾਰਿਆਂ ਵਿੱਚ ਵਿਆਪਕ ਹੈ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਹਾ ਕੁਝ ਕਰਾਉਂਦੇ ਹਨ ਉਦਾਂ ਦਾ ਹੁੰਦਾ। ਜਿਹਾ ਹਰ ਕਰਾਏ ਤੇਹਾ ਕੋ ਕਰਈਐ। ਜਿਹੋ ਜਿਹਾ ਹਰੀ ਅਕਾਲ ਪੁਰਖ ਜੀ ਕਿਸੇ ਕੋਲੋਂ ਕੁਝ ਕਰਾਉਂਦੇ ਨੇ, ਇਹ ਜੀਵ ਉਹੀ ਕੁਝ ਕਰਦੇ ਹਨ, ਕਿਉਂਕਿ ਸਾਡੇ ਵੱਸ ਕੁਝ ਵੀ ਨਹੀਂ ਹੈ। ਧਾਰਮਿਕ ਜਗਤ ਦੇ ਵਿੱਚ ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਵਰਤਦੇ ਹਾਂ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਇਹ ਜਾਣ ਲਿਆ ਕਰੀਏ ਆਪਣੇ ਹਿਰਦੇ ਵਿੱਚ ਕਿ ਸਾਡਾ ਜ਼ੋਰ ਨਹੀਂ, ਸਤਿਗੁਰੂ ਜੀ ਕਰਾ ਰਹੇ ਨੇ ਤਾਂ ਹੋ ਰਿਹਾ ਹੈ। ਤਾਂ ਜੋ ਹਿਰਦੇ 'ਚ ਕਿਤੇ ਅਹੰਗ ਭਾਵ, ਹੰਕਾਰ ਦੀ ਬਿਰਤੀ ਨਾ ਆ ਜਾਏ। ਮੈਂ ਨਿਤਨੇਮ ਕਰਦਾ, ਮੈਂ ਗੁਰੂ ਕੀ ਕਥਾ ਸੁਣ ਰਿਹਾ, ਮੈਂ ਕਥਾ ਕਰ ਰਿਹਾ ਹਾਂ, ਇਹ ਵੀ ਇੱਕ ਪ੍ਰਕਾਰ ਦਾ ਗਰੂਰ ਹੈ, ਮਾਣ ਹੈ, ਹੰਕਾਰ ਹੈ। ਇਹ ਹਉਮੈ ਨਾ ਹੋਵੇ। ਚੌਥੇ ਪਾਤਸ਼ਾਹ ਦੀ ਇਹ ਪਾਵਨ ਪੰਕਤੀ ਸਿਮਰਤੀ 'ਚ ਰਹੇ ਕਿ ਹਰੀ ਜੀ ਸਾਡੇ ਕੋਲੋਂ ਕਰਾ ਰਹੇ ਨੇ ਤਾਂ ਹੋ ਰਿਹਾ ਹੈ। ਹਰੀ ਜੀ ਕਰਾ ਰਹੇ ਨੇ ਤਾਂ ਹੋ ਰਿਹਾ ਹੈ, ਸਾਡੇ ਵੱਸ ਨਹੀਂ ਹੈ। ਜਿਹੋ ਜਿਹੇ ਕਰਮ ਜੀਵਾਂ ਕੋਲੋਂ ਹਰੀ ਜੀ ਅਕਾਲ ਪੁਰਖ ਜੀ ਕਰਾਉਂਦੇ ਹਨ, ਤੈਸੇ ਹੀ ਕਰਮ ਇਹ ਸੰਸਾਰ ਦੇ ਜੀਵ ਕਰਦੇ ਹਨ। ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧਨੋ ਸਬਦੂ ਰੱਖ ਲਈਆ। ਸੋ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵ ਹੈ ਮੇਰੇ ਮਨਾ। ਐਸੇ ਹਰੀ ਅਕਾਲ ਪੁਰਖ ਦੀ ਸੇਵਾ ਕਰ, ਉਹਨੂੰ ਅਰਾਧ, ਉਹਨੂੰ ਧਿਆ, ਜੋ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਅੰਤਰਜਾਮੀ ਹੈ, ਸਭ ਵਿੱਚ ਵਰਤ ਰਿਹਾ। ਹੇ ਮੇਰਿਆ ਮਨਾ, ਉਹਨੂੰ ਧਿਆ, ਉਹਨੂੰ ਅਰਾਧ, ਉਸ ਨੂੰ ਧਿਆ ਜਿਹੜਾ ਤੈਨੂੰ ਸੰਸਾਰ ਦੇ ਹਰ ਔਗਣ ਤੋਂ ਰੱਖ ਸਕਦਾ ਤੇ ਰੱਖਣ ਵਾਲਾ ਹੈ। ਜੋ ਤੈਨੂੰ ਸੰਸਾਰ ਦੇ ਹਰ ਭੈੜੇ ਵਿਕਾਰ ਤੋਂ ਰੱਖਣ ਵਾਲਾ ਹੈ, ਤੈਨੂੰ ਹਰ ਪ੍ਰਕਾਰ ਦੀ ਆਦਿ ਵਿਆਧੀ ਉਪਾਧੀ ਤੋਂ ਰੱਖਣ ਵਾਲਾ ਹੈ, ਜੋ ਤੇਰਾ ਰਾਖਾ ਹੈ। ਹੇ ਮੇਰਿਆ ਮਨਾ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ, ਜੋ ਸਭ ਦੀ ਰੱਖਿਆ ਕਰਨ ਵਾਲਾ। ਤੂੰ ਮੇਰਾ ਰਾਖਾ ਸਭਨੀ ਥਾਈ। ਇਹ ਪਾਵਨ ਬਚਨ ਰਲ ਮਿਲ ਕੇ ਪੜ੍ਹੀਏ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ, ਰਾਖਾ ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ। ਜੋ ਸਾਡੀ ਰੱਖਿਆ ਕਰਨ ਵਾਲਾ ਹੈ,
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਜੋ ਤੁਧਨੋਂ ਸਭ ਦੂ ਰੱਖ ਲਈਐ। ਜੋ ਤੈਨੂੰ ਸਭ ਦੂ ਦਾ ਮਤਲਬ ਸਾਰੇ ਪਾਸਿਓਂ, ਹਰ ਔਗਣ ਤੋਂ, ਹਰ ਵਿਕਾਰ ਤੋਂ, ਹਰ ਆਦੀ ਤੋਂ, ਵਿਆਧੀ ਤੋਂ, ਉਪਾਧੀ ਤੋਂ ਤੈਨੂੰ ਰੱਖ ਲੈਣ ਵਾਲਾ ਹੈ। ਹਰ ਪ੍ਰਕਾਰ ਨਾਲ ਰੱਖਿਆ ਕਰਨ ਵਾਲਾ ਹੈ। ਹੇ ਮੇਰਿਆ ਮਨਾ ਤੂੰ ਉਹਨੂੰ ਸੇਵ, ਹੇ ਮੇਰਿਆ ਮਨਾ ਤੂੰ ਉਸ ਦੀ ਆਰਾਧਨਾ ਕਰ ਜੋ ਤੇਰੀ ਰੱਖਿਆ ਕਰਨ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਰਾਖਾ ਨਹੀਂ ਹੈ। ਜੇ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਬਾਣਾ ਬਰੇਤੀ 'ਚ ਜਹਾਜ਼ ਧਸਿਆ ਹੋਇਆ, ਬੜੇ ਮਨਾਏ ਪਹਿਲਾਂ ਆਲੇ ਦੁਆਲਿਓਂ, ਬੜੇ ਹਿੱਲੇ ਵਸੀਲੇ ਕੀਤੇ, ਵੇਖਿਆ ਵੀ ਹੁਣ ਕੋਈ ਰਾਖਾ ਨਹੀਂ, ਤਾਂ ਉੱਥੇ ਹੀ ਗਲ ਵਿੱਚ ਪੱਲੂ ਪਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਾਧਨਾ ਕੀਤੀ। ਹਾਲਾਂਕਿ ਨਹੀਂ ਸਨ ਜਾਣਦੇ ਕਿ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਮਹਾਰਾਜ ਪਤਾ ਨਹੀਂ, ਪਰ 8ਵੇਂ ਪਾਤਸ਼ਾਹ ਦੀ ਪਾਵਨ ਜੋਤ ਜਿਨ੍ਹਾਂ ਵਿੱਚ ਬਿਰਾਜਮਾਨ ਹੈ, ਹੇ ਨੌਵੇਂ ਪਾਤਸ਼ਾਹ ਤੁਹਾਡੇ ਨਾਂ ਬਿਨਾਂ, ਕਿ ਮੈਨੂੰ ਨਹੀਂ ਪਤਾ ਤੁਹਾਡਾ ਨਾਂ ਕੀ ਹੈ, ਮੈਂ ਤੁਹਾਡੀ ਆਰਾਧਨਾ ਕਰਦਾ ਹਾਂ, ਕਿਰਪਾ ਕਰੋ ਮੇਰਾ ਬੇੜਾ ਬੰਨੇ ਲਾਓ। ਜਦੋਂ ਹਰ ਪਾਸਿਓਂ ਇਹ ਜੀਵ ਨਿਰਾਸ਼ ਹੋ ਜਾਏ, ਜਦੋਂ ਵੇਖੇ ਕਿ ਹੁਣ ਕੋਈ ਰੱਖਣ ਵਾਲਾ ਨਹੀਂ, ਉਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਰਾਖੇ ਬਣ ਕੇ ਹਾਜ਼ਰ ਹੁੰਦੇ ਹਨ। ਦ੍ਰੋਪਦੀ ਦੀ ਜਿਹੜੀ ਕਥਾ ਹੈ, ਮਹਾਰਾਜ ਜੀ ਨੇ ਗੁਰਬਾਣੀ 'ਚ ਉਹਦੀ ਉਦਾਹਰਣ ਦਿੱਤੀ ਹੈ। ਵੇਖਿਆ ਬੇਆਬਰੂ ਕਰਨ ਲੱਗੇ ਹਨ, ਪਹਿਲਾਂ ਆਪਣੇ ਸਹੁਰੇ ਨੂੰ ਵੀ ਪੁਕਾਰ ਕੀਤੀ, ਆਪਣੀ ਕੁਲ ਦੇ ਗੁਰੂ ਨੂੰ ਵੀ ਪੁਕਾਰ ਕੀਤੀ, ਪੰਜੇ ਪਤੀ ਪਾਂਡਵਾਂ ਨੂੰ ਵੀ ਪੁਕਾਰ ਕੀਤੀ, ਵੇਖਿਆ ਕੋਈ ਨਹੀਂ ਰੱਖਣ ਵਾਲਾ, ਫਿਰ ਪਰਮੇਸ਼ਰ ਦੀ ਆਰਾਧਨਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਹਾ ਕ੍ਰਿਸ਼ਨ ਕਰੇ ਬਿਲਲਾਂਦੀ, ਤੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਨੇ ਆਬਰੂ ਰੱਖ ਲਈ। ਜਦੋਂ ਵੇਖੇ ਕਿ ਹੁਣ ਚਾਰੇ ਪਾਸੇ ਕੋਈ ਰੱਖਣ ਵਾਲਾ ਨਹੀਂ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਨਾਹ ਵਿੱਚ ਪੈ ਕੇ ਉਸ ਅੱਗੇ ਪੁਕਾਰ ਕਰੇ, ਕਿਉਂਕਿ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਰਾਖਾ ਨਹੀਂ ਹੈ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ ਹਮਾਰਾ ਸੁਆਮੀ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਐਸੇ ਨੇ ਜਿਹੜੇ ਤੈਨੂੰ ਹਰ ਆਦੀ ਵਿਆਧੀ ਉਪਾਧੀ ਤੋਂ ਰੱਖ ਲੈਣ ਵਾਲੇ ਹਨ। ਹੇ ਮੇਰਿਆ ਮਨਾ ਤੂੰ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵ, ਉਸ ਹਰੀ ਦੀ ਆਰਾਧਨਾ ਕਰ। ਮੇਰੇ ਮਨ ਹਰ ਜਪ ਹਰ ਨਿਤ ਪੜਈਆ। ਹੇ ਮੇਰਿਆ ਮਨਾ ਹਰੀ ਨੂੰ ਜਪ ਤੇ ਹਰੀ ਨੂੰ ਹੀ ਪੜ, ਹਰੀ ਨੂੰ ਹੀ ਸਿਮਰ, ਹਰੀ ਦਾ ਹੀ ਜਾਪ ਜਪ ਤੇ ਹਰੀ ਨੂੰ ਹੀ ਪੜ। ਚੌਥੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਇੱਕ ਵਿਸ਼ੇਸ਼ਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਮਹਾਰਾਜ ਜੀ ਦੇ ਬਹੁਤਾਤ ਜਿਤਨੇ ਸ਼ਬਦ ਨੇ, ਉਹਨਾਂ ਸਾਰੇ ਸ਼ਬਦਾਂ ਦਾ ਤੁਕਾਂਤ ਇੱਕੋ ਜਿਹਾ ਹੁੰਦਾ। ਸਾਰੇ ਸ਼ਬਦਾਂ ਦਾ ਹਰ ਪੰਕਤੀ ਦਾ ਜਿਹੜਾ ਤੁਕਾਂਤ ਹੈ ਉਹ ਇੱਕੋ ਜਿਹਾ ਹੁੰਦਾ। ਗੁਰੂ ਰਾਮਦਾਸ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਦੀ ਇੱਕ ਖਾਸ ਵਿਸ਼ੇਸ਼ਤਾ ਹੈ। ਐੜੇ ਨੂੰ ਦਲਾਵਾਂ ਪਿੱਛੇ ਲੱਗੀਆਂ ਹੋਈਆਂ ਨੇ ਅਖੀਰ ਪੰਕਤੀ ਦੇ ਤੁਕਾਂਤ ਵਿੱਚ, ਸਾਰੇ ਸ਼ਬਦ ਵਿੱਚ ਇਸੇ ਤਰ੍ਹਾਂ ਹੀ ਇਹ ਤੁਕਾਂਤ ਹੈ। ਹੋਰ ਵੀ ਬਹੁਤ ਸਾਰੇ ਅੰਮ੍ਰਿਤ ਬਚਨ ਹਨ ਸਤਿਗੁਰਾਂ ਦੇ। ਤੋ ਮਹਾਰਾਜ ਜੀ ਕਹਿੰਦੇ, ਹੇ ਮੇਰਿਆ ਮਨਾ ਹਰੀ ਨੂੰ ਜਪ ਤੇ ਹਰੀ ਨੂੰ ਹੀ ਨਿਤ ਪੜ, ਯਾਨੀ ਕਿ ਉਸੇ ਨੂੰ ਆਰਾਧ, ਉਸੇ ਨੂੰ ਧਿਆ। ਹਰ ਬਿਨ ਕੋ ਮਾਰ ਜਿਵਾਲ ਨਾ ਸਕਾ, ਤਾ ਮੇਰੇ ਮਨ ਕਾਇਤ ਕੜਈਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੇ ਮੇਰਿਆ ਮਨਾ ਨਾ ਕੋਈ ਮਾਰ ਸਕਦਾ ਤੇ ਨਾ ਜਵਾ ਸਕਦਾ। ਹਰੀ ਤੋਂ ਬਿਨਾਂ ਨਾ ਕੋਈ ਮਾਰ ਸਕਦਾ
ਤੇ ਹਰੀ ਤੋਂ ਬਿਨਾਂ ਨਾ ਕੋਈ ਜਿਵਾ ਸਕਦਾ ਹੈ। ਸਾਰੀ ਦੁਨੀਆ ਇੱਕ ਤਰਫ ਹੋ ਜਾਏ ਵੀ ਇਹਨੂੰ ਮਾਰਨਾ ਹੈ, ਤੇ ਪਰਮੇਸ਼ਰ ਖੜਾ ਹੋਇਆ ਵੀ ਇਹਨੂੰ ਜੀਵਨ ਦਾਨ ਦੇਣਾ, ਤਾਂ ਉਸ ਨੂੰ ਕੋਈ ਮਾਰ ਨਹੀਂ ਸਕਦਾ। ਪਰਮੇਸ਼ਰ ਚਾਹੇ ਕਿ ਇਸ ਨੂੰ ਮਾਰਨਾ ਤੇ ਦੁਨੀਆ ਸਾਰੀ ਇੱਕ ਤਰਫ ਹੋ ਕੇ ਖਲੋ ਜਾਵੇ ਵੀ ਅਸੀਂ ਇਹਨੂੰ ਨਹੀਂ ਮਰਨ ਦੇਣਾ, ਇਸ ਦਾ ਇਲਾਜ ਕਰਨਾ, ਇਸ ਨੂੰ ਰੱਖ ਲੈਣਾ, ਤਾਂ ਫਿਰ ਉਹ ਰੱਖ ਕੋਈ ਨਹੀਂ ਸਕਦਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਜਵਾਲਣ ਵਾਲਾ ਹੈ। ਤਾਂ ਹੇ ਮੇਰਿਆ ਮਨਾ, ਜੇ ਹਰੀ ਬਿਨਾਂ ਕੋਈ ਮਾਰਨ ਜਵਾਲਣ ਵਾਲਾ ਹੈ ਹੀ ਨਹੀਂ, ਤੇ ਤੂੰ ਫਿਰ ਕਾਹਨੂੰ ਕੱਢਦਾ ਫਿਰਦਾ? ਤੂੰ ਤਾਂ ਕਾਹਨੂੰ ਚਿੰਤਤ ਹੁੰਨਾ? ਤੂੰ ਕਿਸ ਗੱਲ ਕਰਕੇ ਫਿਕਰਮੰਦ ਹੋ ਰਿਹਾ? ਆਪਾਂ ਆਮ ਪੰਜਾਬੀ ਵਿੱਚ ਸ਼ਬਦ ਵੀ ਕਿਉਂ ਕੜੀ ਜਾਂਦਾ, ਯਾਨੀ ਕਿ ਕਿਉਂ ਸੜੀ ਜਾਂਦਾ ਅੰਦਰੋਂ ਅੰਦਰ, ਝੋਰੇ ਵਿੱਚ ਕਿਉਂ ਚਿੰਤਤ ਹੁੰਨਾ? ਜੇ ਹਰੀ ਬਿਨਾਂ ਕੋਈ ਮਾਰਨ ਵਾਲਾ ਤੇ ਜਵਾਲਣ ਵਾਲਾ ਹੈ ਹੀ ਨਹੀਂ, ਤੇ ਹੇ ਮੇਰਿਆ ਮਨਾ, ਤੂੰ ਕਿਸ ਗੱਲ ਕਰਕੇ ਚਿੰਤਤ ਹੋ ਰਿਹਾ, ਫਿਕਰਮੰਦ ਹੋ ਰਿਹਾ, ਕਿਉਂ ਤਪਦਾ ਹੈ? ਹਰੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹਾਂਜੀ। ਰਹਾਉ ਹਰ ਪਰਪੰਚ ਕੀਆ ਸਭ ਕਰਤਾ, ਵਿੱਚ ਆਪੇ ਆਪਣੀ ਜੋਤ ਧਰਈਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਜਿਹੜਾ ਦੇਖਣ ਵਾਲਾ ਸੰਸਾਰ ਹੈ, ਇਹਨੂੰ ਕਹਿੰਦੇ ਨੇ ਪਰਪੰਚ। ਜੋ ਇਹ ਦਿਸ ਰਿਹਾ ਹੈ, ਜੋ ਇਹ ਦਿਸ ਰਿਹਾ ਹੈ, ਸਭ ਪਰਪੰਚ ਹੈ। ਪਰਪੰਚ ਦਿਸ ਰਿਹਾ ਹੈ, ਜੋ ਇਹ ਸਾਰਾ ਪਸਾਰਾ ਦਿਸ ਰਿਹਾ ਹੈ, ਮਹਾਰਾਜ ਜੀ ਕਹਿੰਦੇ ਇਹ ਸਾਰਾ ਪਸਾਰਾ ਹਰੀ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤਾ ਹੈ। ਉਸੇ ਦਾ ਕੀਤਾ ਹੋਇਆ, ਉਸੇ ਦਾ ਬਣਾਇਆ ਹੋਇਆ। ਔਰ ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਇਸ ਸਾਰੇ ਪਰਪੰਚ ਦੀ ਰਚਨਾ ਕੀਤੀ ਹੈ, ਔਰ ਇਸ ਦੀ ਰਚਨਾ ਕਰਕੇ ਉਸ ਵਾਹਿਗੁਰੂ ਨੇ ਆਪਣੀ ਜੋਤ ਇਸ ਸਾਰੇ ਸੰਸਾਰ ਦੇ ਵਿੱਚ ਧਰ ਦਿੱਤੀ ਹੈ, ਰੱਖ ਦਿੱਤੀ ਹੈ। ਬਣਾ ਕੇ ਕਰਕੇ ਫਿਰ ਇਹਦੇ ਵਿੱਚ ਆਪਣੀ ਜੋਤ ਰੱਖੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਖਾਲਸੇ ਦੀ ਸਾਜਨਾ ਸਮੇਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਚੋਣ ਕਰਦੇ ਨੇ ਪੰਜਾਂ ਦੀ। ਪੰਜ ਹਾਜ਼ਰ ਹੁੰਦੇ ਨੇ, ਆਪਣੇ ਸੀਸ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕਰਦੇ ਨੇ, ਤੇ ਉਹਨਾਂ ਦੀ ਰਚਨਾ ਆਪ ਕਰਕੇ, ਆਪ ਉਹਨਾਂ ਨੂੰ ਬਣਾ ਕੇ, ਤੇ ਫਿਰ ਆਪਣਾ ਆਪ ਉਹਨਾਂ ਵਿੱਚ ਰੱਖ ਕੇ, ਫਿਰ ਉਹਨਾਂ ਅੱਗੇ ਹੱਥ ਜੋੜ ਕੇ ਆਪ ਅੰਮ੍ਰਿਤ ਦੀ ਦਾਤ ਮੰਗਦੇ ਹਨ। ਖਾਲਸੇ ਦੀ ਰਚਨਾ ਆਪ ਕਰਦੇ ਨੇ, ਕਰਕੇ ਖਾਲਸੇ ਦੀ ਰਚਨਾ ਫਿਰ ਉਸ ਖਾਲਸੇ ਦੇ ਵਿੱਚ ਆਪ ਵਰਤਦੇ ਨੇ, ਆਪਣੀ ਜੋਤ ਖਾਲਸੇ ਦੇ ਵਿੱਚ ਬਿਰਾਜਮਾਨ ਕਰ ਦਿੰਦੇ ਨੇ। ਇਹ ਹਰੀ ਦਾ ਵੀ ਸੁਭਾਅ ਹੈ, ਤੇ ਹਰੀ ਰੂਪੀ ਗੁਰੂ ਕਲਗੀਧਰ ਸੁਆਮੀ ਜੀ ਹਨ, ਹਰੀ ਤੋਂ ਵੱਖਰੇ ਨਹੀਂ ਹਨ। ਤੋ ਹਰੀ ਵਾਹਿਗੁਰੂ ਪਰਮੇਸ਼ਰ ਨੇ ਆ ਜਿਹੜੇ ਸੰਸਾਰ ਦੀ ਰਚਨਾ ਆਪ ਕੀਤੀ ਹੈ, ਔਰ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ ਇਹਦੇ ਵਿੱਚ ਵਾਹਿਗੁਰੂ ਨੇ ਆਪਣੀ ਜੋਤ ਧਰ ਦਿੱਤੀ ਹੈ, ਰੱਖ ਦਿੱਤੀ ਹੈ। ਹਰ ਏਕੋ ਬੋਲੇ ਹਰ ਏਕ ਬੁਲਾਏ। ਹਰੀ ਇੱਕੋ ਹੀ ਹੈ ਜਿਹੜਾ ਬੋਲ ਰਿਹਾ ਹੈ, ਹਰੀ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਬੁਲਾ ਰਿਹਾ ਹੈ। ਬੋਲਣ ਵਾਲਾ ਵੀ ਇੱਕੋ ਹੈ ਤੇ ਬੁਲਾਉਣ ਵਾਲਾ ਵੀ ਇੱਕੋ ਹੈ। ਹਾਂਜੀ। ਗੁਰ ਪੂਰਾ ਹਰ ਏਕ ਦਿਖਈਆ। ਪੂਰੇ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਇੱਕ ਹੀ ਵਿਖਾ ਦਿੱਤਾ, ਸਾਨੂੰ ਸਾਰਿਆਂ ਵਿੱਚ ਇੱਕੋ ਹੀ ਹੈ, ਦੂਜਾ ਨਹੀਂ ਹੈ। ਇਸੇ ਪਾਵਨ ਸਥਾਨ ਤੋਂ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇੱਕ ਵਾਰ ਤਿਆਰੀ ਕੀਤੀ ਤੇ ਆਪਣੇ ਵੱਡਿਆਂ ਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਗਏ। ਬੇਅੰਤ ਸੰਗਤਾਂ ਸਤਿਗੁਰਾਂ ਦੇ ਨਾਲ ਨਾਲ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੀਆਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਤਤਵ ਗਿਆਨੀ ਮਹਾਂਪੁਰਸ਼ ਬਾਬਾ ਮਹਾਦੇਵ ਜੀ। ਬਾਬਾ ਮਹਾਦੇਵ ਜੀ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਜੀ ਅਸੀਂ ਵੀ ਤੁਹਾਡੇ ਨਾਲ ਚੱਲਣਾ। ਬਾਬਾ ਮਹਾਦੇਵ ਜੀ ਨੂੰ ਵੀ ਨਾਲ ਲਿਆ। ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਬੇਅੰਤ ਸੰਗਤਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ।
ਬਾਬਾ ਮਹਾਦੇਵ ਜੀ ਨੇ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਹਜ਼ਾਰਾਂ ਪ੍ਰਾਣੀਆਂ ਨੂੰ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰਦੇ ਹੋ, ਅੱਜ ਮੇਰੇ ਤੇ ਵੀ ਕਿਰਪਾ ਕਰੋ। ਮੈਂ ਤੁਹਾਡੇ ਚਰਨਾਂ ਵਿੱਚ ਅੱਜ ਸੇਵਕ ਬਣ ਕੇ, ਸਿੱਖ ਬਣ ਕੇ ਬੇਨਤੀ ਕਰਦਾ। ਬਾਬਾ ਮਹਾਦੇਵ ਜੀ ਨੇ ਜਦੋਂ ਜਗਤ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤੀ, ਉਹ ਪਾਵਨ ਅੰਮ੍ਰਿਤ ਬਚਨ ਸਤਿਗੁਰੂ ਜੀ ਦੀ ਬਾਣੀ ਵਿੱਚ ਦਰਜ ਨੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਉਸ ਪਾਵਨ ਸ਼ਬਦ ਦੀ ਵਾਰਤਾਲਾਪ ਹੋਈ। ਬਾਬਾ ਮਹਾਦੇਵ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਤਮ ਗਿਆਨ ਪ੍ਰਦਾਨ ਕੀਤਾ। ਜਿਸ ਆਤਮ ਗਿਆਨ ਨੂੰ ਪ੍ਰਾਪਤ ਕਰਦਿਆਂ ਬਾਬਾ ਜੀ ਦੇ ਨੇਤਰ ਮੁੰਦਰਤ ਹੋਏ ਔਰ ਸਮਾਧੀ ਸਥਿਤ ਹੋ ਗਏ। ਬਾਬਾ ਮਹਾਦੇਵ ਜੀ ਤਕਰੀਬਨ ਇੱਕ ਪਹਿਰ ਤੱਕ ਬਾਬਾ ਜੀ ਸਮਾਧੀ ਵਿੱਚ ਸਥਿਤ ਅਡੋਲ ਬੈਠੇ ਰਹੇ। ਪੰਜਵੇਂ ਪਾਤਸ਼ਾਹ ਜੀ ਵੀ ਰਸ ਵਿੱਚ ਨੇ। ਕੁਝ ਸਮੇਂ ਬਾਅਦ ਮਹਾਰਾਜ ਜੀ ਬੋਲੇ, ਬਾਬਾ ਮਹਾਦੇਵ ਜੀ ਨੇਤਰ ਖੋਲੋ, ਜੋ ਅੰਦਰ ਵੇਖ ਰਹੇ ਹੋ ਬਾਹਰ ਵੀ ਹੈ। ਬਾਬਾ ਮਹਾਦੇਵ ਜੀ ਨੇ ਨੇਤਰ ਖੋਲੇ, ਜੋ ਜੋਤ ਦੀ ਝਲਕ ਆਪਣੇ ਅੰਦਰ ਵੇਖੀ ਹੈ, ਉਹੀ ਜੋਤ ਸਾਰਿਆਂ ਵਿੱਚ, ਸੰਸਾਰ ਵਿੱਚ ਵਰਤਦਿਆਂ ਹੋਇਆ ਵਿਆਪਕ ਵੇਖੀ ਹੈ। ਇਹ ਦਇਆ ਕੇਵਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੋ ਸਕਦੀ, ਕਲਾ ਵਰਤ ਸਕਦੀ ਹੈ। ਸਤਿਗੁਰਾਂ ਦੀ ਦਇਆ ਤੋਂ ਬਿਨਾਂ ਪਾਰ ਬ੍ਰਹਮ ਪਰਮੇਸ਼ਰ ਦੀ ਇੱਕ ਜੋਤ ਦੇ ਦਰਸ਼ਨ ਸਾਰਿਆਂ ਵਿੱਚ ਨਹੀਂ ਕੀਤੇ ਜਾ ਸਕਦੇ। ਜਦੋਂ ਖੁਦ ਕੋਈ ਕਹਿੰਦਾ ਅਹੰ ਬ੍ਰਹਮਸਮੀ ਤਾਂ ਉਹ ਹੰਕਾਰੀ ਹੋ ਜਾਂਦਾ ਹੈ। ਜਦੋਂ ਉਹੀ ਗਿਆਨ ਗੁਰੂ ਦਿੰਦਾ ਹੈ ਕਿ ਹੇ ਭਾਈ ਤੂੰ ਇਹ ਜਾਣ ਕੇ ਮੈਂ ਬ੍ਰਹਮ ਸਵਰੂਪ ਹਾਂ, ਤੇ ਗੁਰੂ ਦੇ ਕਹਿਣ ਮਾਤਰ ਨਾਲ ਹੀ ਉਹ ਕਲਾ ਵਰਤ ਜਾਂਦੀ ਹੈ ਕਿ ਬ੍ਰਹਮ ਸਾਰਿਆਂ ਵਿੱਚ ਹੈ, ਮੇਰੇ ਅੰਦਰ ਵੀ ਹੈ। ਸਤਿਗੁਰੂ ਜੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ। ਕਹਿੰਦੇ ਸਾਡੇ ਪੂਰੇ ਸਤਿਗੁਰਾਂ ਨੇ ਇੱਕ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੀ ਸਾਨੂੰ ਦਰਸ਼ਨ ਕਰਾ ਦਿੱਤੇ ਨੇ ਕਿ ਉਹ ਇੱਕੋ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਹਰ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸੋ ਮਨ ਕਿਆ ਚੋਰਈਆ। ਹਰ ਅੰਤਰ ਨਾਲੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਵੀ ਸਾਡੇ ਨਾਲ ਹੈ। ਬਾਹਰ ਨਾਲ, ਉਹ ਬਾਹਰ ਵੀ ਨਾਲ ਹੈ, ਹਰ ਜਗ੍ਹਾ ਤੇ ਸਾਡੇ ਨਾਲ ਹੈ। ਹੇ ਮੇਰਿਆ ਮਨਾ, ਇਹ ਦੱਸ ਤੂੰ ਉਹਦੇ ਤੋਂ ਕੀ ਚੋਰੀ ਕਰਕੇ ਕਰ ਸਕਦਾ ਹੈ? ਉਹਦੇ ਕੋਲੋਂ ਚੋਰੀ ਕਰਕੇ ਤੂੰ ਕਿਵੇਂ ਕੋਈ ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋ ਸਕਦਾ ਹੈ ਕਿ ਮੈਂ ਉਸ ਰੱਬ ਨੂੰ ਪਤਾ ਨਾ ਲੱਗਣ ਦਿਆਂ। ਜਦੋਂ ਹਰ ਵੇਲੇ ਉਹ ਸਾਡੇ ਅੰਦਰ ਵੀ ਨਾਲ ਹੈ, ਬਾਹਰ ਵੀ ਸਾਡੇ ਨਾਲ ਹੈ, ਤਾਂ ਹੇ ਮੇਰਿਆ ਮਨਾ ਤੂੰ ਉਹਦੇ ਤੋਂ ਕੀ ਚੋਰੀ ਕਰ ਸਕਦਾ ਹੈ? ਨਿਹ ਕਪਟ ਸੇਵਾ ਕੀਜੈ ਹਰ ਕੇਰੀ, ਤਾ ਮੇਰੇ ਮਨ ਸਰਬ ਸੁਖ ਪਈਆ। ਹੇ ਮੇਰਿਆ ਮਨਾ ਸੁਣ, ਨਿਸ਼ਕਪਟ ਹੋ ਕੇ ਹਰੀ ਦੀ ਸੇਵਾ ਕਰ, ਕਪਟ ਤੋਂ ਰਹਿਤ ਹੋ ਕੇ। ਕਪਟੀ ਬਣ ਕੇ, ਫਰੇਬੀ ਬਣ ਕੇ, ਪਖੰਡੀ ਬਣ ਕੇ ਸੇਵਾ ਨਾ ਕਰ। ਕਪਟ ਦਾ ਤਿਆਗ ਕਰਕੇ, ਪਖੰਡ ਦਾ ਤਿਆਗ ਕਰਕੇ। ਆਸਾ ਜੀ ਦੀ ਵਾਰ ਵਿੱਚ ਨਿਤ ਗੁਰਦੇਵ ਸਾਨੂੰ ਹੋਕਾ ਦੇ ਕੇ ਕਹਿੰਦੇ ਨੇ, ਛੋਡੀ ਲੈ ਪਾਖੰਡਾ। ਪਖੰਡ ਛੱਡ, ਕਪਟ ਛੱਡ, ਛਲ ਤੇ ਫਰੇਬ ਦਾ ਤਿਆਗ ਕਰ, ਤੇ ਕਹਿੰਦੇ ਨਿਸ਼ਕਪਟ ਹੋ ਕੇ ਹਰੀ ਦੀ ਸੇਵਾ ਕਰ, ਤਾਂ ਹੇ ਮੇਰਿਆ ਮਨਾ ਤੈਨੂੰ ਉਸ ਸੇਵਾ ਨਾਲ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਹਾਂਜੀ। ਜਿਸ ਦਾ ਵਸ ਸਭ ਕਿਛ, ਸੋ ਸਬਦੂ ਵੱਡਾ, ਸੋ ਮੇਰੇ ਮਨ ਸਦਾ ਧਿਆਈਆ। ਪਾਤਸ਼ਾਹ ਕਹਿੰਦੇ ਜਿਸ ਦੇ ਸਭ ਕੁਝ ਵਸ ਹੈ ਉਹ ਸਭ ਤੋਂ ਵੱਡਾ ਹੈ। ਸਭ ਤੋਂ ਵੱਡੇ ਦੀ ਨਿਸ਼ਾਨੀ ਦੱਸਦੇ ਨੇ। ਉਹ ਕਿਉਂ ਸਭ ਤੋਂ ਵੱਡਾ ਹੈ? ਕਿਉਂਕਿ ਸਭ ਕੁਝ ਉਹਦੇ ਕੰਟਰੋਲ ਵਿੱਚ ਹੈ, ਉਹਦੇ ਵਸ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹ ਤਾਂ ਵੱਡਾ ਹੈ ਕਿਉਂਕਿ ਸਭ ਕੁਝ ਉਹਨੇ ਆਪਣੇ ਵਸ ਕੀਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਹੇ ਮੇਰਿਆ ਮਨਾ ਜਿਸ ਨੂੰ ਤੂੰ ਧਿਆ ਰਿਹਾ ਉਹ ਹਰੀ ਹਰ ਵੇਲੇ ਤੇਰੇ ਨਾਲ ਹੈ। ਹਰ ਸਦਾ ਧਿਆਏ ਤੂੰ, ਤੁਧ ਲਏ ਛੜਈਐ। ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਤੂੰ ਸਦਾ ਧਿਆ। ਜਿਸ ਨੂੰ ਧਿਆਏਗਾ ਤੇ ਉਹਦੀ ਬਰਕਤ ਇਹ ਹੋਵੇਗੀ ਕਿ ਉਹ ਤੈਨੂੰ ਜੰਮਾਂ ਤੋਂ, ਵਿਕਾਰਾਂ ਤੋਂ,
ਭੈੜੇ ਕਰਮਾਂ ਤੋਂ ਛੁਡਾ ਲਵੇਗਾ, ਬਚਾ ਲਵੇਗਾ, ਜੇ ਤੂੰ ਉਸ ਨੂੰ ਧਿਆਵੇਂਗਾ। ਕਿੱਡੀ ਵੱਡੀ ਦਾਤ ਹੈ।